ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ। ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੇ ਸ਼ੋਅ ਦੇ ਵਿੱਚ ਬਿਲਕੁਲ ਤਾਜ਼ੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਤੇ ਉਹਦੇ ਤੇ ਕਰਾਂਗਾ ਚਰਚਾ ਤੇ ਕੁਝ ਖਬਰਾਂ ਦੀ ਅਪਡੇਟ ਵੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਬਣਦੀ ਹੈ। ਆਓ ਸਭ ਤੋਂ ਪਹਿਲਾਂ ਉਹਨਾਂ ਖਬਰਾਂ ਦੀ ਜਾਣਕਾਰੀ ਵਿਸਥਾਰ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀ ਕਰੀਏ। ਤੁਹਾਨੂੰ ਪਤਾ ਹੈ ਕਿ ਗਲਵਾਨ ਘਾਟੀ ਦੇ ਵਿੱਚ ਭਾਰਤ ਅਤੇ ਚੀਨ ਦੇ ਫੌਜੀ ਜਵਾਨਾਂ ਦੀ ਝੜਪ ਹੋਈ ਸੀ ਅਤੇ ਭਾਰਤ ਦੇ 20 ਜਵਾਨ ਸ਼ਹਾਦਤ ਦਾ ਜਾਮ ਪੀ ਗਏ ਸੀ। ਚੀਨ ਮੰਨਿਆ ਨਹੀਂ ਸੀ ਕਿ ਸਾਡੇ ਕਿਸੇ ਫੌਜੀ ਜਵਾਨ ਦਾ ਨੁਕਸਾਨ ਹੋਇਆ, ਪਰ ਖਬਰਾਂ ਉਹ ਵੀ ਜੱਗ ਜ਼ਾਹਰ ਹੋ ਗਈਆਂ ਸਨ। ਬੀਤੀ ਰਾਤ ਫਿਰ ਤੋਂ ਝੜਪ ਹੋਈ ਹੈ। ਝੜਪ ਕਿੱਥੇ ਹੋਈ, ਕਿਵੇਂ ਹੋਈ, ਉਹਦੇ ਵਿੱਚ ਕੀ ਗੋਲੀਬਾਰੀ ਵੀ ਹੋਈ ਹੈ, ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇਸੇ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਸਾਬਕਾ ਪੁਲਿਸ ਮੁਖੀ, ਸਾਬਕਾ ਡੀਜੀਪੀ ਸੁਮੇਧ ਸੈਣੀ ਦਾ ਕੇਸ ਲਗਾਤਾਰ ਚਰਚਾ ਦੇ ਵਿੱਚ ਹੈ। ਪਹਿਲਾਂ ਤੁਹਾਨੂੰ ਪਤਾ ਹੈ ਕਿ ਮੋਹਾਲੀ ਦੀ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਉਹਨਾਂ ਨੂੰ ਕਰਾਰਾ ਝਟਕਾ ਦਿੱਤਾ ਸੀ, ਅਗਾਊਂ ਜ਼ਮਾਨਤ ਰੱਦ ਕਰ ਦਿੱਤੀ ਸੀ ਤੇ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਬੀਤੇ ਬੁੱਧਵਾਰ ਸੁਣਵਾਈ ਹੋਣੀ ਸੀ, ਨਾ ਹੋਈ। ਬੀਤੇ ਸ਼ੁੱਕਰਵਾਰ ਸੁਣਵਾਈ ਹੋਣੀ ਸੀ, ਨਾ ਹੋਈ। ਫਿਰ ਸੋਮਵਾਰ ਕੱਲ੍ਹ ਸੁਣਵਾਈ ਹੋਣ ਤੋਂ ਬਾਅਦ ਫੈਸਲਾ ਰਾਖਵਾਂ ਸੀ। ਅੱਜ ਫੈਸਲਾ 2 ਟੁਕ ਸੁਣਾ ਦਿੱਤਾ ਗਿਆ। ਹੁਣ ਅਗਲਾ ਕੀ ਹੋਣਾ, ਇਹ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇਸੇ ਤਰ੍ਹਾਂ ਇੱਕ ਖਬਰ ਯੂਪੀ ਤੋਂ ਮਿਲ ਰਹੀ ਹੈ। ਯੂਪੀ ਦੇ ਵਿੱਚ ਇੱਕ ਵੱਛਾ ਇੱਕ ਖੂਹ ਦੇ ਵਿੱਚ ਡਿੱਗਦਾ ਤੇ ਉਹਨੂੰ ਬਚਾਉਂਦੇ ਇੱਕੋ ਹੀ ਪਰਿਵਾਰ ਦੇ 4 ਜੀਆਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਤੇ ਘਟਨਾ ਵਾਪਰੀ ਕਿਵੇਂ, ਬਹੁਤ ਦੁਖਦਾਇਕ ਘਟਨਾ। ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਤੁਹਾਨੂੰ ਪਤਾ ਹੈ ਕਿ ਜਦੋਂ ਤੋਂ ਕੋਵਿਡ-19 ਪੈਂਡੈਮਿਕ ਆਇਆ ਹੈ, ਉਹਦੇ ਤੋਂ ਬਾਅਦ ਲਗਭਗ ਸਾਰੇ ਸਕੂਲ, ਯੂਨੀਵਰਸਿਟੀਆਂ, ਕਾਲਜ ਜਾਂ ਤਾਂ ਬੰਦ ਪਏ ਨੇ ਜਾਂ ਸਿਰਫ ਆਨਲਾਈਨ ਪੜ੍ਹਾ ਰਹੇ ਨੇ। ਕਾਫੀ ਦੇਰ ਤੱਕ ਦੁਨੀਆ ਭਰ ਦੀਆਂ ਅਦਾਲਤਾਂ ਵੀ ਬੰਦ ਰਹੀਆਂ। ਉਹਦੇ ਤੋਂ ਬਾਅਦ ਫਿਰ ਹੌਲੀ-ਹੌਲੀ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਕੇਸਾਂ ਦਾ ਨਿਪਟਾਰਾ ਹੋਣ ਲੱਗਿਆ। ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ, ਜਿਸ ਦੇ ਵਿੱਚ ਕੁਝ ਹਾਸੋਹੀਣੀਆਂ ਗੱਲਾਂ ਬੀਤੇ ਕੁਝ ਦਿਨਾਂ ਤੋਂ ਵਾਪਰ ਰਹੀਆਂ ਨੇ। ਇੱਕ ਕੇਸ ਮਾਨਯੋਗ ਅਦਾਲਤ ਸੁਣ ਰਹੀ ਸੀ, ਪਰ ਵਕੀਲ ਨਾਲ ਫੇਸ਼ੀਅਲ ਕਰਾ ਰਹੀ ਸੀ। ਆਪਣੇ ਆਪ ਦੇ ਵਿੱਚ ਇੱਕ ਹੈਰਾਨੀਜਨਕ ਖਬਰ ਹੈ ਤੇ ਇਹ ਆਖਿਆ ਜਾ ਸਕਦਾ ਹੈ ਕਿ ਕਾਨੂੰਨ ਦੀਆਂ ਅੱਖਾਂ ਤੇ ਪੱਟੀ ਬੰਨੀ ਹੋਈ ਸੀ, ਪਰ ਕੈਮਰਾ ਚਾਲੂ ਸੀ। ਇਹ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਦੋਸਤੋ, ਇਹ ਖਬਰਾਂ ਅੱਜ ਕਾਫੀ ਵਿਸਥਾਰ ਦੀ ਮੰਗ ਕਰਦੀਆਂ ਨੇ। ਇਹਦੇ ਤੋਂ ਪਹਿਲਾਂ ਕਿ ਸਾਰੀਆਂ ਖਬਰਾਂ ਦਾ ਵਿਸਥਾਰ ਤੁਹਾਡੇ ਨਾਲ ਸਾਂਝਾ ਕਰਾਂ, ਅਪੀਲ ਤੁਹਾਨੂੰ ਇਹ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਸਾਡਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਜ਼ਰੂਰ ਕਰੋ, ਤਾਂ ਕਿ ਮੈਂ ਚਾਹੁੰਦਾ ਕਿ ਆਪਣਾ ਇਹ ਰਾਬਤਾ ਟੁੱਟੇ ਨਾ, ਬਰਕਰਾਰ ਰਹੇ। ਇਹਦੇ ਨਾਲ ਨੋਟੀਫਿਕੇਸ਼ਨ ਵਾਲੀ ਘੰਟੀ ਵੀ ਔਨ ਕਰਿਓ ਅਤੇ ਜੇਕਰ ਵੀਡੀਓ ਚੰਗੀ ਲੱਗੀ, ਖਬਰਾਂ ਜਾਂ ਖਬਰਾਂ ਦਾ ਵਿਸਥਾਰ ਠੀਕ ਲੱਗਿਆ, ਤਾਂ ਫਿਰ ਤੁਸੀਂ ਸ਼ੇਅਰ ਵੀ ਜ਼ਰੂਰ ਕਰ ਦਿਓ ਅਤੇ ਲਾਈਕ ਵਾਲਾ ਬਟਨ ਵੀ ਜ਼ਰੂਰ ਨੱਪ ਦਿਓ। ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਆਓ ਹੁਣ ਸਭ ਤੋਂ ਪਹਿਲਾਂ ਤੁਹਾਨੂੰ ਭਾਰਤ ਦੇ ਚੀਨ ਦੇ ਬਾਰਡਰ ਤੇ ਲੈ ਚੱਲਦਾ ਹਾਂ। ਪੂਰਬੀ ਲਦਾਖ ਦੇ ਵਿੱਚ ਬੀਤੀ ਦੇਰ ਰਾਤ ਇੱਕ ਝੜਪ ਹੋਈ ਹੈ। ਭਾਰਤ ਅਤੇ ਚੀਨ ਦੇ ਫੌਜੀ ਜਵਾਨਾਂ ਦੇ ਵਿਚਕਾਰ ਹੋਈ ਹੈ। ਤੁਹਾਨੂੰ ਪਤਾ ਹੈ ਕਿ ਗਲਵਾਨ ਘਾਟੀ ਦੇ ਵਿੱਚ ਜਿਸ ਦਿਨ ਤੋਂ ਇਹ ਝਗੜਾ ਹੋਇਆ, ਉਹਦੇ ਤੋਂ ਬਾਅਦ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ। ਪਰ ਮੀਟਿੰਗਾਂ ਵਿੱਚੋਂ ਨਿਕਲਿਆ ਕੀ? ਮੀਟਿੰਗਾਂ ਨੇ ਮਸਲਾ ਹੱਲ ਕੀਤਾ ਕੀ ਜੇ ਲਗਾਤਾਰ ਝੜਪਾਂ ਹੋ ਰਹੀਆਂ ਨੇ? 7 ਸਤੰਬਰ ਨੂੰ ਵੀ ਝੜਪ ਹੋਈ ਸੀ। ਬੀਤੀ ਰਾਤ ਫਿਰ ਇੱਕ ਵਾਰੀ ਸੋਮਵਾਰ ਨੂੰ ਦਿਨੇ ਵੀ ਹੋਈ ਤੇ ਸੋਮਵਾਰ ਰਾਤ ਵੀ ਹੋਈ ਹੈ। ਤੇ ਝੜਪ ਜਿਹੜੀ ਹੋਈ ਹੈ, ਉਹ ਖਬਰ ਮਿਲ ਰਹੀ ਹੈ ਕਿ 50 ਤੋਂ 60 ਚੀਨ ਦੇ ਫੌਜੀ ਜਵਾਨ ਭਾਰਤ ਵਾਲੇ ਪਾਸੇ ਨੂੰ ਆਉਂਦੇ ਨੇ, ਪੈਂਗੋਂਗ ਦੇ ਨੇੜੇ ਰੇਚਨ ਲਾ ਇਲਾਕੇ ਦੇ ਵਿੱਚ। ਉਸ ਇਲਾਕੇ ਦੇ ਵਿੱਚ ਉਹ ਭਾਰਤ ਦੇ ਵਿੱਚ ਜਦ ਕਦਮ ਵਧਾਉਣਾ ਚਾਹੁੰਦੇ ਨੇ, ਭਾਰਤ ਵਾਲੇ ਪਾਸੇ ਨੂੰ ਆਉਣਾ ਚਾਹੁੰਦੇ ਆ, ਉਹਨਾਂ ਦੇ ਕੋਲ ਕਹਿੰਦੇ ਨੇਜੇ ਵੀ ਸੀ, ਉਹਨਾਂ ਦੇ ਕੋਲ ਭਾਲੇ ਵੀ ਸੀ, ਉਹਨਾਂ ਕੋਲ ਟਕੂਏ ਵੀ ਸੀ ਤੇ ਉਹਨਾਂ ਕੋਲੇ ਰਾਈਫਲਾਂ ਵੀ ਸੀ। ਉੱਥੇ ਜਦ ਗਹਿ ਕੱਚ ਝੜਪ ਹੋਈ, ਭਾਰਤੀ ਫੌਜੀ ਜਵਾਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੂੰ ਪਿੱਛੇ ਮੋੜ ਦਿੱਤਾ ਤੇ ਫਿਰ ਉਹਨਾਂ ਨੇ ਇੱਕ ਉੱਚੀ ਚੋਟੀ ਤੇ ਜਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਭਾਰਤੀ ਜਵਾਨਾਂ ਨੇ ਉਹਨਾਂ ਦੀ ਉਹ ਕੋਸ਼ਿਸ਼ ਵੀ ਨਾਕਾਮ ਕਰ ਦਿੱਤੀ। 20 ਅਕਤੂਬਰ ਤੇ 1975 ਦਾ ਦਿਨ ਯਾਦ ਕਰੋ। ਅਰੁਣਾਚਲ ਪ੍ਰਦੇਸ਼ ਦੇ ਵਿੱਚ ਤੁਲੋਂਗਲਾ ਇੱਕ ਸ਼ਹਿਰ ਪੈਂਦਾ ਹੈ। ਤੁਲੋਂਗਲਾ ਇੱਕ ਸਥਾਨ ਪੈਂਦਾ ਹੈ। ਤੁਲੋਂਗਲਾ ਦੇ ਸਥਾਨ ਤੇ ਅਰੁਣਾਚਲ ਪ੍ਰਦੇਸ਼ ਦੇ ਵਿੱਚ 20 ਅਕਤੂਬਰ ਤੇ 1975 ਨੂੰ 45 ਸਾਲ ਪਹਿਲਾਂ ਗੋਲੀ ਚੱਲੀ ਸੀ।
ਆ ਬੀਤੀ ਰਾਤ ਉਸੇ ਤਰੀਕੇ ਗੋਲੀ ਫੇਰ ਚੱਲੀ। ਉਹਨਾਂ ਨੇ ਕਹਿੰਦੇ ਘੱਟੋ ਘੱਟ 10 ਤੋਂ 15 ਹਵਾਈ ਫਾਇਰ ਕੀਤੇ ਤਾਂ ਕਿ ਭਾਰਤ ਦੇ ਫੌਜੀ ਜਵਾਨ ਡਰ ਜਾਣ ਤੇ ਪਿੱਛੇ ਚਲੇ ਜਾਣ ਅਤੇ ਸਾਨੂੰ ਭਾਰਤ ਵਾਲੇ ਪਾਸੇ ਕਦਮ ਵਧਾਉਣ ਵਾਸਤੇ ਮੌਕਾ ਮਿਲ ਜਾਵੇ। ਪਰ ਭਾਰਤ ਦੇ ਜਵਾਨਾਂ ਨੇ ਕੋਈ ਚੂੜੀਆਂ ਨਹੀਂ ਪਾਈਆਂ ਹੋਈਆਂ। ਭਾਰਤ ਦੇ ਜਵਾਨ ਹਿੱਕਾਂ ਡਾਹੀ ਬੈਠੇ ਹੈ ਕਿ ਅਸੀਂ ਹੱਦਾਂ ਤੇ ਸਰਹੱਦਾਂ ਦੀ ਰਾਖੀ ਕਰਨੀ ਹੈ। ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਕਿਸੇ ਵੀ ਫੌਜੀ ਜਵਾਨ ਨੂੰ ਟੀਚਰ ਨਾ ਕਰਿਆ ਕਰੋ। ਜੇ ਅਸੀਂ ਰਾਤ ਨੂੰ ਰਜਾਈ ਲੈ ਕੇ ਆਪਣੇ ਘਰ ਦੇ ਵਿੱਚ ਪੋਹ ਮਾਘ ਦੇ ਮਹੀਨੇ ਸੁੱਤੇ ਪਏ ਵੀ ਠੰਡ ਮਹਿਸੂਸ ਕਰ ਰਹੇ ਹੁੰਦੇ ਆ, ਤਾਂ ਇਹ ਲੇਹ ਲਦਾਖ ਦੇ ਵਿੱਚ ਰਾਤਾਂ ਝੋਕ ਕੇ ਜਾਗ ਕੇ ਸਾਡੀਆਂ ਹੱਦਾਂ ਤੇ ਸਰਹੱਦਾਂ ਦੀ ਰਾਖੀ ਕਰ ਰਹੇ ਹੁੰਦੇ ਨੇ ਕਿ ਸਾਡੇ ਲੋਕ ਘਰਾਂ ਦੇ ਵਿੱਚ ਚੈਨ ਨਾਲ ਸਕੂਨ ਨਾਲ ਸੌਂ ਸਕਣ। ਸੋ ਇਸ ਕਰਕੇ ਜੇਕਰ ਅੱਜ ਤੱਕ ਤੁਸੀਂ ਕਿਸੇ ਫੌਜੀ ਨੂੰ ਕਿਸੇ ਗਲਤ ਤਰੀਕੇ ਨਾਲ ਕੋਈ ਟੀਚਰ, ਕੋਈ ਮਜ਼ਾਕ, ਕੋਈ ਮਖੌਲ ਕਰਦੇ ਰਹੇ ਹੋ ਤੇ ਪਰਨ ਕਰਿਓ ਕਿ ਫੌਜੀਆਂ ਨੂੰ ਟੀਚਰਾਂ ਨਹੀਂ ਕਰਨੀਆਂ, ਕਿਉਂਕਿ ਇਹ ਉਹ ਲੋਕ ਨੇ, ਇਹ ਉਹ ਇੱਕ ਫੌਜ ਹੈ ਜਿਹੜੀ ਸਾਨੂੰ ਆਲੇ ਦੁਆਲੇ ਦੇ ਜਿਹੜੇ ਸਾਡੇ ਗੁਆਂਢੀ ਮੁਲਕ ਸਾਡੇ ਵੈਰੀ ਬਣੇ ਬੈਠੇ ਆ, ਮਿੱਤਰ ਨਹੀਂ ਨੇ, ਉਹਨਾਂ ਤੋਂ ਬਚਾ ਕੇ ਰੱਖਦੇ ਆ। ਸੋ ਮੈਂ ਗੱਲ ਕਰ ਰਿਹਾ ਸੀ ਕਿ 7 ਸਤੰਬਰ ਨੂੰ ਵੀ LAC ਦੇ ਨੇੜੇ ਚੀਨ ਦੇ ਫੌਜੀ ਜਵਾਨਾਂ ਨੇ ਕੋਸ਼ਿਸ਼ ਕੀਤੀ, ਨਾਕਾਮ ਕਰ ਦਿੱਤੀ। ਗਲਵਾਨ ਘਾਟੀ ਦੇ ਵਿੱਚ ਵੀ ਭਾਰਤ ਦੇ ਫੌਜੀ ਜਵਾਨ ਸ਼ਹਾਦਤ ਦਾ ਜਾਮ ਪੀ ਗਏ ਤੇ ਉਹਨਾਂ ਵਿੱਚੋਂ ਕੁਝ ਪੰਜਾਬ ਦੇ ਵੀ ਸੀ ਤੇ ਭਾਰਤ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਸੀ। ਪਰ ਜਿਹੜੀ ਬੀਤੀ ਰਾਤ ਘਟਨਾ ਵਾਪਰੀ ਹੈ ਉਹਦੇ ਵਿੱਚ ਭਾਵੇਂ ਕਿਸੇ ਫੌਜੀ ਜਵਾਨ ਦੇ ਸ਼ਹੀਦ ਹੋਣ ਦੀ ਕੋਈ ਖਬਰ ਨਹੀਂ, ਪਰ ਲੜਾਈ ਬੀਤੀ ਰਾਤ ਵੀ ਹੋਈ ਹੈ। ਚੀਨ ਇਹ ਆਖ ਰਿਹਾ ਹੈ, ਚੀਨ ਦੇ ਮੀਡੀਆ ਦੇ ਵਿੱਚ ਇਹ ਖਬਰਾਂ ਛਪੀਆਂ ਨੇ ਕਿਉਂਕਿ ਚੀਨ ਦਾ ਜਿਹੜਾ ਬਹੁਤਾ ਮੀਡੀਆ ਹੈ ਉਹ ਸਰਕਾਰ ਦੀ ਗੁਲਾਮੀ ਕਬੂਲ ਕਰੀ ਬੈਠਾ ਹੈ। ਚੀਨੀ ਅਖਬਾਰਾਂ ਵਿੱਚ ਛਪਿਆ ਕਿ ਭਾਰਤ ਵਾਲੇ ਪਾਸਿਓਂ ਪਹਿਲਾਂ ਗੋਲੀ ਚੱਲੀ। ਇਹ ਤੋਂ ਦੇਖੋ, ਜਿਹਨੂੰ ਚੀਰ ਫਾੜ ਕਰਾਂਗੇ ਤੇ ਪਤਾ ਲੱਗਦਾ ਕਿ ਪਹਿਲਾਂ ਗੋਲੀ ਚੱਲੀ। ਇਹਦਾ ਮਤਲਬ ਇਹ ਹੋਇਆ ਕਿ ਚੀਨ ਨੇ ਵੀ ਚਲਾਈ, ਜਦੋਂ ਕਿ ਭਾਰਤ ਦੀ ਫੌਜ ਦੇ ਬੁਲਾਰੇ ਦੱਸ ਰਹੇ ਨੇ ਕਿ 50 ਤੋਂ 60 ਜਵਾਨ ਭਾਰਤ ਵਾਲੇ ਪਾਸੇ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ। ਜਦੋਂ ਅਸੀਂ ਕੋਸ਼ਿਸ਼ ਨਾਕਾਮ ਕਰ ਦਿੱਤੀ, ਉਹਨਾਂ ਨੂੰ ਪਿੱਛੇ ਧੱਕ ਦਿੱਤਾ ਤੇ ਉਹਨਾਂ ਨੇ ਫਿਰ ਗੋਲੀਆਂ ਚਲਾਈਆਂ। ਪਰ ਤੁਹਾਨੂੰ ਯਾਦ ਹੋਣਾ, ਜਦੋਂ ਗਲਵਾਨ ਘਾਟੀ ਦੇ ਵਿੱਚ ਪੱਥਰ ਮਾਰ ਕੇ ਧੱਕੇ ਮਾਰ ਕੇ ਸਾਡੇ 20 ਜਵਾਨ ਸ਼ਹੀਦ ਕਰ ਦਿੱਤੇ ਸਨ, ਉਸ ਏਰੀਏ ਦੇ ਵਿੱਚ ਭਾਰਤ ਤੇ ਚੀਨ ਦਾ ਸਮਝੌਤਾ ਹੋਇਆ ਕਿ ਕਿਸੇ ਵੀ ਮਾਰੂ ਹਥਿਆਰ ਦੇ ਨਾਲ ਜੰਗ ਕੀਤੀ ਨਹੀਂ ਜਾਵੇਗੀ। ਇਸੇ ਕਰਕੇ ਸਾਡੇ ਭਾਰਤ ਦੇ ਜਵਾਨਾਂ ਨੇ ਉਸ ਸਮਝੌਤੇ ਦੀ ਕਦਰ ਕੀਤੀ ਅਤੇ ਉਹਨਾਂ ਨੂੰ ਆਪਣੀਆਂ 20 ਜਾਨਾਂ ਕੁਰਬਾਨ ਕਰਨੀਆਂ ਪਈਆਂ। ਪਰ ਉਹਦੇ ਤੋਂ ਬਾਅਦ ਰੂਲ ਆਫ ਅੰਗੇਜਮੈਂਟ, ਜਿਸ ਦਾ ਭਾਵ ਇਹ ਹੈ ਕਿ ਉਹ ਜਿਹੜਾ ਰੂਲ ਸੀ, ਗਲਵਾਨ ਘਾਟੀ ਦੀ ਝੜਪ ਤੋਂ ਬਾਅਦ ਭਾਰਤ ਦੇ ਫੌਜੀ ਜਵਾਨਾਂ ਨੂੰ ਵੀ ਫਿਰ ਹਰੀ ਝੰਡੀ, ਗ੍ਰੀਨ ਸਿਗਨਲ ਦੇ ਦਿੱਤਾ ਸੀ ਕਿ ਜੇਕਰ ਤੁਸੀਂ ਲੋੜ ਮਹਿਸੂਸ ਕੀਤੀ, ਆ ਰੂਲ ਆਫ ਅੰਗੇਜਮੈਂਟ ਆਪਣੇ ਤਰੀਕੇ ਨਾਲ ਤੁਸੀਂ ਵੀ ਗੋਲੀ ਚਲਾ ਸਕਦੇ ਹੋ। ਹੁਣ ਕਹਿਣ ਦਾ ਭਾਵ ਇਹ ਚੀਨ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਅੱਜ ਤੱਕ ਤੁਸੀਂ ਕੀਤੇ ਸਮਝੌਤੇ ਤੋੜਦੇ ਰਹੇ ਹੋ, ਹਿੰਦੀ ਚੀਨੀ ਭਾਈ ਦੇ ਨਾਅਰੇ ਲਾ ਕੇ ਤੁਸੀਂ ਭਾਰਤ ਤੇ ਹਮਲੇ ਕਰਦੇ ਰਹੇ ਹੋ, ਜੇ ਤੁਸੀਂ ਰੂਲ ਆਫ ਅੰਗੇਜਮੈਂਟ ਦੀ ਉਲੰਘਣਾ ਕਰਦੇ ਰਹੇ ਹੋ, ਤਾਂ ਹੁਣ ਭਾਰਤ ਵਾਲਿਆਂ ਨੇ ਵੀ ਆਪਣੇ ਜਵਾਨਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ, ਖੁੱਲੀ ਛੋੜ ਦੇ ਦਿੱਤੀ ਹੈ ਕਿ ਜੇਕਰ ਉਹ ਤੁਹਾਡੇ ਤੇ ਕਿਸੇ ਹਥਿਆਰ ਦੇ ਨਾਲ ਹਮਲਾ ਕਰਨਗੇ ਤੇ ਤੁਹਾਨੂੰ ਵੀ ਕਿਸ ਤੋਂ ਆਗਿਆ ਲੈਣ ਦੀ ਜ਼ਰੂਰਤ ਨਹੀਂ, ਬਦਲਵਾਂ ਠੋਕਵਾਂ ਜਵਾਬ ਠਾ ਕਰਕੇ ਦਿਓ। ਦੋਸਤੋ, ਅਗਲੀ ਖਬਰ ਬਹੁਤ ਅਹਿਮ ਖਬਰ ਹੈ। 29 ਵਰ੍ਹੇ ਹੋ ਗਏ ਨੇ ਤੇ ਸਾਲ 1991 ਦਾ ਮਾਮਲਾ ਹੈ, ਜਦੋਂ ਦਰਸ਼ਨ ਮੁਲਤਾਨੀ ਜਿਹੜੇ IAS ਸਾਬਕਾ ਅਫਸਰ ਸੀ, ਜਿਹੜੇ 2014 ਦੇ ਵਿੱਚ ਆਪਣੇ ਪੁੱਤਰ ਦੀ ਲਾਸ਼ ਦੀ ਤਲਾਸ਼ ਦੇ ਵਿੱਚ ਘੁੰਮਦੇ ਰਹੇ, ਫਿਰਦੇ ਰਹੇ ਤੇ 2014 ਨੂੰ ਇਸ ਦੁਨੀਆ ਤੋਂ ਰੁਖਸਤ ਹੋ ਗਏ ਸਨ, ਪਰ ਇਨਸਾਫ ਨਾ ਮਿਲ ਸਕਿਆ। ਕਈ ਪਰਿਵਾਰ ਹੁੰਦੇ ਨੇ, ਹੰਭ ਜਾਂਦੇ ਨੇ, ਥੱਕ ਜਾਂਦੇ ਨੇ, ਅੱਕ ਜਾਂਦੇ ਨੇ। ਦਰਸ਼ਨ ਸਿੰਘ ਮੁਲਤਾਨੀ ਦੇ ਇਸ ਦੁਨੀਆ ਤੇ ਜਾਣ ਤੋਂ ਬਾਅਦ ਬਲਵੰਤ ਸਿੰਘ ਮੁਲਤਾਨੀ ਦੇ ਭਰਾ ਨੇ ਬੀੜਾ ਚੁੱਕ ਲਿਆ ਕਿ ਆਪਣੇ ਭਰਾ ਦੀ ਮੌਤ ਕਿਵੇਂ ਹੋਈ, ਕਿੱਥੇ ਹੋਈ, ਕਿਹਨੇ ਕੀਤੀ, ਕਿਹੋ ਜਿਹਾ ਤਸ਼ੱਦਦ ਢਾਇਆ, ਅਸੀਂ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚੋਂ ਇਨਸਾਫ ਲੈ ਕੇ ਹਟਣਾ ਹੈ। ਲਗਾਤਾਰ ਜਦੋਜਹਿਦ ਜਾਰੀ ਰਹੀ ਤੇ ਹੁਣ ਆਖਰਕਾਰ ਤੁਹਾਨੂੰ ਪਤਾ ਹੋਣਾ ਕਿ 11 ਮਈ ਵਾਲੇ ਦਿਨ ਜਦੋਂ ਕੇਸ ਅਦਾਲਤ ਦੇ ਵਿੱਚ ਮੋਹਾਲੀ ਦੇ ਵਿੱਚ ਚੱਲ ਰਿਹਾ ਸੀ, ਪੰਜਾਬ ਪੁਲਿਸ ਦੇ ਸਾਬਕਾ DGP ਸੁਮੇਧ ਸੈਣੀ ਦਾ, ਉਹਨਾਂ ਨੂੰ ਅਗਾਊਂ ਜ਼ਮਾਨਤ ਮਿਲ ਗਈ ਸੀ ਤੇ ਨਾਲ ਆਖ ਦਿੱਤਾ ਸੀ ਕਿ ਜੇਕਰ ਕੋਈ ਧਾਰਾ ਹੋਰ ਆਇਦ ਹੁੰਦੀ ਹੈ ਤਾਂ ਸੁਮੇਧ ਸੈਣੀ ਸਾਬਕਾ ਪੁਲਿਸ ਮੁਖੀ ਨੂੰ 3 ਦਿਨ ਪਹਿਲਾਂ ਦੱਸਣਾ ਪਏਗਾ। ਸੋ ਉਹਦੇ ਤੋਂ ਬਾਅਦ ਬੀਤੇ ਦਿਨੀ ਇਹ ਗੱਲ ਦੱਸਣੀ ਬਣਦੀ ਹੈ ਕਿ 1 ਸਤੰਬਰ ਨੂੰ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਸੈਸ਼ਨ ਜੱਜ ਮਾਨਯੋਗ ਰਜਨੀਸ਼ ਗਰਗ ਨੇ ਫੈਸਲਾ ਸੁਣਾ ਦਿੱਤਾ ਸੀ ਕਿ ਭਾਈ ਤੁਹਾਡੀ ਅਗਾਊਂ ਜ਼ਮਾਨਤ ਰੱਦ ਕੀਤੀ ਜਾਂਦੀ ਹੈ
क्योंकि गुरमीत सिंह पिंकी ਜਿਹੜੇ पिंकी कैट नाम ਦੇ ਨਾਲ ਮਸ਼ਹੂਰ ਨੇ, ਉਹਨਾਂ ਨੇ ਇਲਜ਼ਾਮ ਲਾਏ ਨੇ ਤੇ ਉਹਨਾਂ ਨੇ ਦੱਸ ਦਿੱਤਾ ਕਿ ਸੁਮੇਧ ਸੈਣੀ ਨੇ ਬਲਵੰਤ ਮੁਲਤਾਨੀ ਦਾ ਕਤਲ ਕੀਤਾ ਹੈ, ਉਹਨਾਂ ਨੂੰ ਮਾਰਿਆ ਹੈ, ਪੁਲਿਸ ਹਿਰਾਸਤ ਵਿੱਚ ਮਾਰਿਆ ਹੈ। ਉਹਨਾਂ ਇਹ ਵੀ ਦੱਸ ਦਿੱਤਾ ਕਿ 11 ਤੇ 17 ਸੈਕਟਰ ਚੰਡੀਗੜ੍ਹ ਦੇ ਵਿੱਚ ਅੰਨ੍ਹੇਵਾਹ ਅਣਮਨੁੱਖੀ ਤਸ਼ੱਦਦ ਢਾਇਆ ਗਿਆ ਸੀ। ਉਹਦੀ ਗੱਲ ਤੇ ਗੁਰਮੀਤ ਪਿੰਕੀ ਦੀ ਗੱਲ ਦੇ ਉੱਤੇ ਫਿਰ ਦੋ ਹੋਰ ਜਗੀਰ ਸਿੰਘ ਤੇ ਕੁਲਦੀਪ ਸਿੰਘ ਨੇ ਵੀ ਮੋਹਰ ਲਾ ਦਿੱਤੀ ਕਿ ਬਿਲਕੁਲ ਇੰਜ ਹੋਇਆ। ਇੱਕ ਹੋਰ ਹਵਾਲਾਤੀ ਨੇ ਵੀ ਗਵਾਹੀ ਦੇ ਦਿੱਤੀ ਕਿ ਇੰਜ ਹੋਇਆ। ਉਹਦੇ ਤੋਂ ਬਾਅਦ ਜਦੋਂ ਧਾਰਾ 302 ਇਸ ਕੇਸ ਦੇ ਵਿੱਚ ਜੋੜ ਦਿੱਤੀ ਗਈ ਤਾਂ 1 ਸਤੰਬਰ ਨੂੰ ਰਜਨੀਸ਼ ਗਰਗ ਹੋਰਾਂ ਨੇ ਇਹ ਅਗਾਊਂ ਜ਼ਮਾਨਤ ਰੱਦ ਕਰ ਦਿੱਤੀ ਤੇ ਫਿਰ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਹੋਰਾਂ ਨੇ, ਉਹਨਾਂ ਦੇ ਵਕੀਲ ਨੇ, ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਅਦਾਲਤ ਦਾ ਦਰਵਾਜ਼ਾ ਖੜਕਾ ਦਿੱਤਾ ਕਿ ਮੈਨੂੰ ਇਨਸਾਫ ਚਾਹੀਦਾ। ਉਹਦੇ ਵਿੱਚ ਇੱਕ ਜ਼ਮਾਨਤ ਮੰਗੀ ਗਈ ਅਗਾਊਂ ਤੇ ਦੂਸਰੀ ਅੰਤਰਿਮ ਜ਼ਮਾਨਤ ਦੇ ਨਾਲ ਕਿ ਮੇਰੇ ਕੇਸ ਦੀ ਤਫਤੀਸ਼ ਪੈਰਵੀ ਪੜਤਾਲ ਪੰਜਾਬ ਪੁਲਿਸ ਤੋਂ ਨਹੀਂ CBI ਜਾਂ ਕਿਸੇ ਬਾਹਰਲੀ ਏਜੰਸੀ ਤੋਂ ਕਰਵਾਈ ਜਾਵੇ। ਬੀਤੇ ਬੁੱਧਵਾਰ ਨੂੰ ਮਾਨਯੋਗ ਜੱਜ ਅਮੋਲ ਰਤਨ ਨੇ ਕੇਸ ਸੁਣਨਾ ਸੀ। ਉਹਨਾਂ ਨੇ ਇਹ ਕਹਿ ਕੇ ਕੇਸ ਤੋਂ ਕਿਨਾਰਾ ਕੀਤਾ ਕਿ ਮੈਂ ਪੰਜਾਬ ਸਰਕਾਰ ਦਾ ਵਕੀਲ ਰਿਹਾ, ਕੇਸ ਲੜਦਾ ਰਿਹਾ, ਇਸ ਕਰਕੇ ਮੈਂ ਇਸ ਕੇਸ ਤੋਂ ਵੱਖਰਾ ਹੋਣਾ ਚਾਹੁੰਦਾ। ਉਹਦੇ ਤੋਂ ਬਾਅਦ ਬੀਤੇ ਸ਼ੁੱਕਰਵਾਰ ਨੂੰ ਮਾਨਯੋਗ ਸਹਿਗਲ ਸਾਹਿਬ ਸੀ ਵਕੀਲ ਜੱਜ ਸਾਹਿਬ, ਉਹਨਾਂ ਨੂੰ ਕੇਸ ਦਿੱਤਾ ਗਿਆ। ਉਹਨਾਂ ਨੇ ਵੀ ਕਿਹਾ ਕਿ ਮੈਂ ਪੰਜਾਬ ਸਰਕਾਰ ਦੇ ਕੇਸ ਲੜਦਾ ਰਿਹਾ, ਇਸ ਕਰਕੇ ਮੈਂ ਇਸ ਕੇਸ ਨੂੰ ਲੈ ਨਹੀਂ ਸਕਦਾ। ਤੇ ਇਹ ਕੇਸ ਦੁਬਾਰਾ ਉਹਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਸਾਹਿਬ ਦੇ ਹਵਾਲੇ ਕੀਤਾ ਕਿ ਕਿਸੇ ਹੋਰ ਬੈਂਚ ਦੇ ਹਵਾਲੇ ਕੀਤਾ ਜਾਵੇ। ਫਿਰ ਮਾਨਯੋਗ ਜੱਜ ਫਤਿਹਦੀਪ ਸਿੰਘ ਮੁਕਰਰ ਕਰ ਦਿੱਤੇ ਗਏ। ਉਹਨਾਂ ਦੇ ਬੈਂਚ ਨੂੰ ਇਹ ਕੇਸ ਦੇ ਦਿੱਤਾ ਗਿਆ ਕਿ ਤੁਸੀਂ ਇਸ ਕੇਸ ਦੀ ਸੁਣਵਾਈ ਕਰਨੀ ਹੈ। ਉਹਨਾਂ ਕੱਲ 5 ਘੰਟੇ ਦੋਵੇਂ ਪਾਸਿਆਂ ਦੀਆਂ ਦਲੀਲਾਂ ਸੁਣੀਆਂ, ਜਿਨ੍ਹਾਂ ਦੇ ਵਿੱਚ ਵਿਸ਼ੇਸ਼ ਸਰਕਾਰੀ ਵਕੀਲ ਸਰਤੇਜ ਸਿੰਘ ਨਰੂਲਾ ਅਤੇ ਮੁਲਤਾਨੀ ਪਰਿਵਾਰ ਦੇ ਵਕੀਲ ਪ੍ਰਦੀਪ ਸਿੰਘ ਵਿਰਕ ਹੋਰਾਂ ਨੇ ਧੂਆਂ ਧਾਰ ਦਲੀਲਾਂ ਦਿੱਤੀਆਂ ਤੇ ਦੂਸਰੇ ਪਾਸੇ ਦੀਆਂ ਦਲੀਲਾਂ ਵੀ ਸੁਣੀਆਂ ਗਈਆਂ। 5 ਘੰਟੇ ਦਲੀਲਾਂ ਸੁਣਨ ਤੋਂ ਬਾਅਦ ਫਤਿਹਦੀਪ ਸਿੰਘ ਹੋਰਾਂ ਨੇ ਇਹ ਅੱਜ ਤੱਕ ਲਈ ਫੈਸਲਾ ਰਾਖਵਾਂ ਰੱਖ ਲਿਆ ਸੀ। ਅੱਜ ਤੜਕੇ ਕੰਮ ਕਰ ਦਿੱਤਾ। ਫਤਿਹਦੀਪ ਸਿੰਘ ਹੋਰੀ ਕਹਿੰਦੇ ਕਿ ਦੋਵੇਂ ਜਿਹੜੀਆਂ ਚੀਜ਼ਾਂ, ਇੱਕ ਤਾਂ ਕਿ ਸਾਡੇ ਕੇਸ ਦੀ ਸੁਣਵਾਈ CBI ਜਾਂ ਕਿਸੇ ਪੰਜਾਬ ਤੋਂ ਬਾਹਰਲੀ ਏਜੰਸੀ ਤੋਂ ਕਰਵਾਈ ਜਾਵੇ, ਇਹ ਨਹੀਂ ਹੋ ਸਕਦਾ। ਦੂਸਰੀ ਉਹ ਕਹਿੰਦੇ ਧਾਰਾ 302 ਜੋੜ ਦਿੱਤੀ ਗਿਆ, ਮਾਮਲਾ ਸੰਜੀਦਾ ਤੇ ਗੰਭੀਰ ਹੈ, 29 ਵਰ੍ਹੇ ਪੁਰਾਣਾ ਹੈ ਤੇ ਤੁਸੀਂ ਉਸ ਵਕਤ ਪੰਜਾਬ ਦੇ ਵਿੱਚ ਨਹੀਂ ਸਗੋਂ ਚੰਡੀਗੜ੍ਹ ਦੇ SSPC ਤੇ ਬਾਅਦ ਦੇ ਵਿੱਚ ਪੰਜਾਬ ਪੁਲਿਸ ਦੇ ਮੁਖੀ ਬਣਦੇ ਨੇ। ਇਹ ਸੰਗੀਨ ਹੈ, ਇਹ ਮਾਮਲਾ ਗੰਭੀਰ ਹੈ, ਤੁਹਾਨੂੰ ਜ਼ਮਾਨਤ ਦਿੱਤੀ ਨਹੀਂ ਜਾ ਸਕਦੀ। ਉਹਦੇ ਤੋਂ ਬਾਅਦ ਜਿਹੜੇ ਪ੍ਰਦੀਪ ਵਿਰਕ ਨੇ ਮੁਲਤਾਨੀ ਪਰਿਵਾਰ ਦੇ ਵਕੀਲ ਨੇ, ਉਹਨਾਂ ਨੇ ਮੁਲਤਾਨੀ ਪਰਿਵਾਰ ਨੇ ਬਹੁਤ ਖੁਸ਼ੀ ਦਾ ਇਜ਼ਹਾਰ ਕੀਤਾ। ਉਹ ਕਹਿੰਦੇ ਸਾਨੂੰ ਲੱਗਦਾ ਹੈ ਕਿ ਲੋਕਾਂ ਦੀ ਕਾਨੂੰਨ ਦੇ ਵਿੱਚ ਵਿਸ਼ਵਾਸ ਬਹਾਲੀ ਦੇ ਵਾਸਤੇ ਇਸ ਤਰ੍ਹਾਂ ਦੇ ਕਾਤਲ ਨੂੰ ਸਜ਼ਾ ਦੇਣੀ ਬਹੁਤ ਲਾਜ਼ਮੀ ਹੈ। ਹੁਣ ਉਹ ਕਹਿੰਦੇ ਦੋ ਬਦਲ ਨੇ ਸੁਮੇਧ ਸੈਣੀ ਦੇ ਅੱਗੇ। ਉਹ ਕਹਿੰਦੇ ਅਸੀਂ ਦੇਖਾਂਗੇ ਕਿ ਕੀ ਸੁਮੇਧ ਸੈਣੀ ਹੁਣ ਭਾਰਤ ਦੀ ਸੁਪਰੀਮ ਕੋਰਟ ਦਾ ਰੁਖ ਕਰਦੇ ਆ, ਕਿਉਂਕਿ ਹਾਲੇ ਉਹਨਾਂ ਕੋਲ ਉਹ ਬਦਲ ਰਹਿੰਦਾ, ਜਾਂ ਫਿਰ ਉਹ ਕਹਿੰਦੇ ਅਸੀਂ ਇਹ ਦੇਖਾਂਗੇ ਕਿ ਅਗਾਊਂ ਜ਼ਮਾਨਤ ਦੀ ਜਿਹੜੀ ਅਰਜ਼ੀ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਮੇਧ ਸੈਣੀ ਨੇ ਆਪਣੇ ਵਕੀਲ ਦੇ ਰਾਹੀਂ ਪਾਈ ਸੀ, ਉਹ ਨਹੀਂ ਮਿਲ ਸਕੀ, ਕਿ ਹੁਣ ਜਿਹੜੀ ਸਿੱਟ ਬਣੀ ਹੋਈ ਹੈ ਉਹ ਸੁਮੇਧ ਸੈਣੀ ਸਾਬਕਾ ਪੁਲਿਸ ਮੁਖੀ ਨੂੰ ਗ੍ਰਿਫਤਾਰ ਕਰਦੀ ਹੈ। ਹਾਲ ਦੀ ਘੜੀ ਜਦੋਂ ਉਹਨਾਂ ਕੋਲ ਜ਼ਮਾਨਤ ਨਹੀਂ, ਸਿੱਟ ਦਾ ਫਰਜ਼ ਇਹ ਬਣਦਾ ਕਿ ਉਹਨੂੰ ਲੱਭਣ, ਉਹਨੂੰ ਤਲਾਸ਼ਣ ਤੇ ਉਹਨੂੰ ਗ੍ਰਿਫਤਾਰ ਕਰਨ, ਕਿਉਂਕਿ ਹੋ ਸਕਦਾ ਕਿ ਇਹਦੇ ਤੋਂ ਬਾਅਦ ਉਹ ਭਾਰਤ ਦੀ ਸੁਪਰੀਮ ਕੋਰਟ ਦਾ ਰੁਖ ਕਰਨ। ਪਰ ਲਗਭਗ ਮਾਮਲਾ ਸਾਫ਼ ਹੀ ਆ। ਜੇ ਜ਼ਿਲ੍ਹਾ ਤੇ ਸੈਸ਼ਨ ਜੱਜ ਉਹਨਾਂ ਦੀ ਅਗਾਊਂ ਜ਼ਮਾਨਤ ਮਾਮਲਾ ਗੰਭੀਰ ਕਹਿ ਕੇ ਅਗਾਊਂ ਜ਼ਮਾਨਤ ਅੰਤਰਿਮ ਜ਼ਮਾਨਤ ਰੱਦ ਕਰਦੇ ਆ, ਮਾਨਯੋਗ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਇਹ ਜ਼ਮਾਨਤ ਅੰਤਰਿਮ ਜ਼ਮਾਨਤ ਰੱਦ ਕਰਦੀ ਹੈ ਤੇ ਲਗਭਗ ਫੈਸਲਾ ਸੁਪਰੀਮ ਕੋਰਟ ਵਿੱਚੋਂ ਵੀ ਇਸੇ ਤਰ੍ਹਾਂ ਦਾ ਆਵੇਗਾ। ਪਰ ਇਹ ਹੋ ਸਕਦਾ ਕਿ ਕੁਝ ਦਿਨ ਉਹਨਾਂ ਨੂੰ ਹੋਰ ਚੋਰ ਛੁਪਾਈ ਖੇਡਣ ਦੇ ਵਾਸਤੇ, ਲੁਕਣ ਮਿੱਟੀ ਕਰਨ ਦੇ ਵਾਸਤੇ ਸਮਾਂ ਮਿਲ ਜਾਵੇ। ਪਰ ਪ੍ਰਦੀਪ ਵਿਰਕ ਜਿਹੜੇ ਇਸ ਮੁਲਤਾਨੀ ਪਰਿਵਾਰ ਦੇ ਵਕੀਲ ਨੇ, ਉਹ ਕਹਿੰਦੇ ਇੱਕ ਗੱਲ ਸਾਫ਼ ਹੋ ਗਈ ਕਿ ਅੱਜ ਤੱਕ ਇਹ ਬੰਦਾ ਝੂਠ ਬਹੁਤ ਸਫਾਈ ਨਾਲ ਬੋਲਦਾ ਰਿਹਾ। ਇਹ ਕਹਿੰਦਾ ਰਿਹਾ ਕਿ ਜਦੋਂ ਮੈਂ ਚੰਡੀਗੜ੍ਹ ਦੇ ਵਿੱਚ SSPC ਤੇ ਮੇਰੀ ਤੂਤੀ ਬੋਲਦੀ ਸੀ ਤੇ ਮੈਂ ਟ੍ਰੈਂਡ ਸੈੱਟ ਕੀਤੇ। ਉਹ ਕਹਿੰਦੇ ਆਹ ਟ੍ਰੈਂਡ ਸੈੱਟ ਕੀਤੇ ਇਹਨਾਂ ਨੇ, ਆਹ ਸਾਹਮਣੇ ਆ ਗਏ। ਉਹ ਕਹਿੰਦੇ ਫਿਰ ਇਹ ਕਹਿੰਦਾ ਪੰਜਾਬ ਦੇ ਵਿੱਚੋਂ ਮੈਂ ਅਤਵਾਦੀ ਚੁੱਕ ਕੇ ਮਾਰਿਆ। ਉਹ ਕਹਿੰਦੇ ਆਹ ਸੱਚਾਈ ਸਾਹਮਣੇ ਆ ਗਈ ਇਹਨਾਂ ਦੀ। ਉਹ ਕਹਿੰਦੇ ਹੁਣ ਇਹ ਮਾਮਲਾ ਇੰਨਾ ਕੁ ਸੰਗੀਨ ਹੈ, ਇਹਦੇ ਤੋਂ ਇੱਕ ਗੱਲ ਪਤਾ ਲੱਗ ਗਈ ਕਿ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੇ ਮੁਖੀ ਹੋਣ ਦੇ ਨਾਤੇ ਅੱਤਵਾਦੀਆਂ ਦੇ ਨਾਂ ਤੇ ਕਿੰਨੇ ਲੋਕ ਨਜਾਇਜ਼ ਚੁੱਕ ਕੇ ਮਾਰੇ ਹੋਣਗੇ। ਇਹ ਕਹਿੰਦੇ ਇੱਕ ਮੁਲਤਾਨੀ ਪਰਿਵਾਰ ਦਾ ਮਸਲਾ ਨਹੀਂ,
बहुत सारे नौजवान होणगे ਜਿਹੜੇ ਇੰਜ ਖਪਾਏ ਗਏ ਹੋਣਗੇ। ਪਰ ਹੁਣ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੁਮੇਧ ਸੈਣੀ ਦੀ ਗ੍ਰਿਫਤਾਰੀ ਹੁੰਦੀ ਹੈ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੁਮੇਧ ਸੈਣੀ ਸੁਪਰੀਮ ਕੋਰਟ ਦਾ ਰੁਖ ਕਰਦੇ ਆ। ਪਰ ਅੱਜ ਸਵੇਰੇ ਸਵੇਰੇ ਅਦਾਲਤ ਨੇ ਸੁਮੇਧ ਸੈਣੀ ਨੂੰ ਮੁਲਤਾਨੀ ਕੇਸ ਦੇ ਵਿੱਚ ਵੱਡਾ ਝਟਕਾ ਦੇ ਦਿੱਤਾ ਤੇ ਗ੍ਰਿਫਤਾਰੀ ਵਾਸਤੇ ਰਾਹ ਕਰ ਦਿੱਤਾ ਪੱਧਰਾ। ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਇਸ ਖਬਰ ਦੇ ਵਿੱਚ ਕੋਈ ਵੀ ਅਪਡੇਟ ਆਉਂਦੀ ਹੈ ਬਿਨਾਂ ਕਿਸੇ ਝਿਜਕ ਦੇ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ, ਕਿਉਂਕਿ ਆਪਣੇ ਚੈਨਲ ਦੇ ਉੱਤੇ ਆਜ਼ਾਦ ਤਰੀਕੇ ਨਾਲ ਗੱਲਬਾਤ ਕਰਾਂਗੇ। ਅਗਲੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਜਦੋਂ ਹੁਣ ਗੱਲ ਅਦਾਲਤ ਦੀ ਚੱਲ ਰਹੀ ਹੈ ਤੇ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਲੱਗਿਆ ਕੱਲ੍ਹ, ਬੜੀ ਹੈਰਾਨੀਜਨਕ ਸਥਿਤੀ ਪੈਦਾ ਹੋ ਗਈ। ਭਾਰਤ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਸਰਬ ਉੱਚ ਅਦਾਲਤਾਂ ਕੁਝ ਸਮਾਂ ਬੰਦ ਰਹੀਆਂ, ਫਿਰ ਹੁਣ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਮਾਮਲੇ ਕੇਸ ਨਿਪਟਾਉਣੇ ਸ਼ੁਰੂ ਕਰ ਦਿੱਤੇ ਗਏ ਹੈ। ਅਸਲ ਦੇ ਵਿੱਚ ਜਸਟਿਸ ਨਾਗੇਸ਼ਵਰ ਰਾਵ ਅਤੇ ਹਿਮੰਤ ਗੁਪਤਾ ਦੀ ਬੈਂਚ ਦੇ ਕੋਲ ਇੱਕ ਕੇਸ ਦੀ ਸੁਣਵਾਈ ਸੀ। ਇਸ ਕੇਸ ਦੀ ਸੁਣਵਾਈ ਵਾਸਤੇ ਜਿਹੜੀ ਵਕੀਲ ਸੀ ਉਹ ਇੱਕ ਮਹਿਲਾ ਵਕੀਲ ਸੀ। ਹੁਣ ਕਿਉਂਕਿ ਜਿਹੜੇ ਵਕੀਲ ਨੇ ਉਹ ਸੁਪਰੀਮ ਕੋਰਟ ਵਿੱਚ ਨਹੀਂ ਜਾਂਦੇ, ਉਹਨਾਂ ਦੀ ਵੀਡੀਓ ਕਾਨਫਰੰਸ ਦੇ ਰਾਹੀਂ ਗੱਲਬਾਤ ਹੁੰਦੀ ਹੈ। ਹੁਣ ਦੇਖੋ ਹੈਰਾਨੀ ਦੀ ਹੱਦ ਹੈ ਤੇ ਅਣਗਹਿਲੀ ਦੀ ਵੀ ਹੱਦ ਹੈ। ਅਦਾਲਤ ਦਾ ਮਾਣ ਮਰਿਆਦਾ ਇੱਕ ਹੋ ਸਕਦਾ ਤੁਹਾਡੇ ਵਿੱਚੋਂ ਵੀ ਬਹੁਤ ਸਾਰੇ ਲੋਕ ਕਿਸੇ ਨਾ ਕਿਸੇ ਕੇਸ ਨੂੰ ਸੁਣਨ ਵਾਸਤੇ ਜਾਂ ਕਿਸੇ ਦੇ ਮੁਦਈ ਬਣ ਕੇ ਜਾਂ ਕਿਸੇ ਦੇ ਹਮਾਇਤੀ ਬਣ ਕੇ ਕਦੇ ਨਾ ਕਦੇ ਅਦਾਲਤ ਵਿੱਚ ਗਏ। ਹੁਣ ਅਸੀਂ ਕਈ ਵਾਰੀ ਰਿਪੋਰਟਿੰਗ ਕਰਨ ਵਾਸਤੇ ਗਏ ਹਾਂ। ਮਾਨਯੋਗ ਜੱਜ ਸਾਹਿਬ ਨੇ ਜੇਕਰ 10 ਵਜੇ ਦਾ ਸਮਾਂ ਦਿੱਤਾ ਤਾਂ 10 ਵਜੇ ਤੋਂ ਪਹਿਲਾਂ ਸਾਰੇ ਕਲਰਕ ਵਗੈਰਾ ਕਲੈਰੀਕਲ ਸਟਾਫ ਵਿਰੋਧੀ ਧਿਰ ਤੇ ਮੁਦਈ ਧਿਰ ਦੋਵੇਂ ਧਿਰਾਂ ਜਾ ਕੇ ਬੈਠੀਆਂ ਹੁੰਦੀਆਂ ਨੇ। ਮਾਨਯੋਗ ਅਦਾਲਤ ਦੇ ਆਉਣ ਤੋਂ ਪਹਿਲਾਂ ਉਚੇਚੇ ਤੌਰ ਤੇ ਦੱਸਿਆ ਜਾਂਦਾ ਕਿ ਮਾਨਯੋਗ ਮੈਲੋਰਡ ਆ ਰਹੇ ਨੇ। ਸਾਰੇ ਅਦਾਲਤ ਦੇ ਵਿੱਚ ਬੈਠਾ ਅਮਲਾ ਫੈਲਾ ਤੇ ਲੋਕ ਖੜੇ ਹੁੰਦੇ ਨੇ। ਮਾਨਯੋਗ ਜੱਜ ਆਪਣੀ ਸੀਟ ਤੇ ਬੈਠਦੇ ਆ ਤੇ ਫਿਰ ਸਾਰੇ ਲੋਕ ਬੈਠਦੇ ਆ। ਅਦਾਲਤ ਦੇ ਵਿੱਚ ਨਾ ਕਿਸੇ ਨੂੰ ਫੋਨ ਕਰਨ ਦਾ, ਨਾ ਇੱਕ ਦੂਸਰੇ ਨਾਲ ਗੱਲਬਾਤ ਕਰਨ ਦਾ, ਨਾ ਕੋਈ ਰਿਕਾਰਡਿੰਗ ਕਰਨ ਦਾ, ਬਿਲਕੁਲ ਕਿਸੇ ਕੋਲ ਕੋਈ ਹੱਕ ਨਹੀਂ ਹੁੰਦਾ। ਜਦੋਂ ਵਕੀਲ ਨੇ ਵੀ ਪੇਸ਼ ਹੋਣਾ ਸਭ ਤੋਂ ਪਹਿਲਾਂ ਝੁਕਦਾ ਤੇ ਫਿਰ ਜੱਜ ਸਾਹਿਬ ਨੂੰ ਉਹ ਮੁਖਾਤਬ ਹੁੰਦਾ ਤੇ ਮਾਈ ਲਾਰਡ ਕਹਿ ਕੇ ਮੁਖਾਤਬ ਹੁੰਦਾ। ਅਗਲਾ ਕਹਿੰਦਾ ਤੂੰ ਜੱਜ ਲੱਗੇ ਹੋ, ਜੱਜ ਲੱਗੇ ਹੁੰਦੇ ਨੇ। ਉਹ ਹੋ ਸਕਦਾ 5-10 ਮਿੰਟ ਲੇਟ ਆਉਣ, ਪਰ ਲੋਕ ਤੇ ਵਕੀਲ ਲੇਟ ਨਹੀਂ ਹੋ ਸਕਦੇ। ਉਹਨਾਂ ਦਾ ਦਿਲ ਕਰਦਾ ਘੜੀ ਵੱਲ ਵੇਖਦੇ, ਉਹ ਕਹਿੰਦੇ ਨੇ ਹੁਣ 15 ਮਿੰਟ ਦੀ ਬ੍ਰੇਕ ਆ, ਅਸੀਂ ਵਾਪਸ ਆਉਂਦੇ ਹਾਂ, ਤੇ ਕੋਈ ਉਹਨਾਂ ਕੋਲ ਕਿੰਤੂ ਨਹੀਂ। ਕਿਸੇ ਜੱਜ ਦੇ ਸੁਣਾਏ ਫੈਸਲੇ ਦੇ ਉੱਤੇ ਉਤਲੀ ਅਦਾਲਤ ਵਿੱਚ ਅਗਲੀ ਅਦਾਲਤ ਵਿੱਚ ਅਪੀਲ ਤਾਂ ਕੀਤੀ ਜਾ ਸਕਦੀ ਹੈ, ਪਰ ਜੱਜ ਦੇ ਫੈਸਲੇ ਨੂੰ ਉਹਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ ਤੁਸੀਂ ਫੈਸਲਾ ਗਲਤ ਦੇ ਦਿੱਤਾ ਹੈ। ਪਰ ਇਸ ਮਾਣਯੋਗ ਅਦਾਲਤ ਦੇ ਵਿੱਚ ਭਾਰਤ ਦੀ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਮਾਮਲਾ ਸਾਹਮਣੇ ਆਇਆ ਆਪਣੇ ਆਪ ਦੇ ਵਿੱਚ ਹੈਰਾਨੀਜਨਕ ਹੈ। ਹੁਣ ਇੱਕ ਔਰਤ ਵਕੀਲ, ਮਹਿਲਾ ਵਕੀਲ ਇੱਕ ਬਿਊਟੀਸ਼ੀਅਨ ਦੇ ਕੋਲ ਬੈਠੀ ਹੈ। ਉਹਨੂੰ ਕਹਿ ਰਹੀ ਹੈ ਕਿ ਛੇਤੀ ਕਰ ਮੇਰਾ ਫੇਸ਼ੀਅਲ ਕਰ ਦੇ ਤੇ ਮੇਰੇ ਕੇਸ ਦੀ ਸੁਣਵਾਈ ਹੋਣ ਦਾ ਨੰਬਰ ਆਉਣ ਵਾਲਾ। ਹੁਣ ਬੀਬਾ ਜੀ ਨੂੰ ਇਸ ਗੱਲ ਦਾ ਇਲਮ ਹੀ ਨਹੀਂ ਕਿ ਤੇਰੀਆਂ ਤਾਰਾਂ, ਤੇਰਾ ਕੈਮਰਾ ਔਨ ਹੋ ਚੁੱਕਿਆ। ਅਦਾਲਤ ਦੇ ਵਿੱਚ ਬੈਠੇ ਬਾਕੀ ਅਮਲਾ ਫੈਲਾ ਹੱਸ ਰਿਹਾ ਤੇ ਉਹਨੂੰ ਦੇਖ ਰਿਹਾ। ਇਹ ਪਹਿਲੀ ਘਟਨਾ ਨਹੀਂ। ਬੀਤੇ ਦਿਨਾਂ ਦੇ ਵਿੱਚ ਕੋਈ ਹੁੱਕਾ ਪੀ ਰਿਹਾ ਬੈਠਾ ਵਕੀਲ ਤੇ ਉਹਦਾ ਨੰਬਰ ਆ ਗਿਆ। ਕੋਈ ਬੰਦਾ, ਕੋਈ ਵਕੀਲ ਹੈ ਤੇ ਬਣੈਣ ਪਾਈ ਤੁਰਿਆ ਫਿਰ ਰਿਹਾ ਕਿ ਮੇਰਾ ਨੰਬਰ ਆਉਣ ਵਾਲਾ। ਕੋਈ ਵਿਧੀ ਹੈ, ਕੋਈ ਮਰਿਆਦਾ ਹੈ, ਕੋਈ ਵਿਧਾਨ ਹੈ। ਹੁਣ 5 ਮਿੰਟ ਤੱਕ ਇਸ ਔਰਤ ਵਕੀਲ ਦਾ ਵੀਡੀਓ ਕੈਮਰਾ ਮਾਨਯੋਗ ਸੁਪਰੀਮ ਕੋਰਟ ਦੇ ਕੈਮਰੇ ਨਾਲ ਕੁਨੈਕਟਡ ਰਿਹਾ। ਇਹ ਫੇਸ਼ੀਅਲ ਕਰਵਾਉਂਦੀ ਰਹੀ, ਆਪਣੀ ਬਿਊਟੀਸ਼ੀਅਨ ਨੂੰ ਕਹਿੰਦੀ ਰਹੀ ਕਿ ਛੇਤੀ ਕਰਦੇ, ਮੇਰਾ ਕੇਸ ਆਉਣ ਵਾਲਾ। ਜਦ ਇਹ ਇੰਜ ਕਰਨੋਂ ਨਾ ਹਟੀ, ਅੱਕ ਕੇ ਆਖਰਕਾਰ ਸੁਪਰੀਮ ਕੋਰਟ ਦੇ ਅਮਲੇ ਫੈਲੇ ਨੂੰ ਇਸ ਦਾ ਵੀਡੀਓ ਕੈਮਰਾ ਆਫ ਕਰਨਾ ਪਿਆ। ਇਹਦੇ ਕੇਸ ਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਤੇ ਅਗਲੇ ਕੇਸ ਦੀ ਸੁਣਵਾਈ ਮਾਨਯੋਗ ਅਦਾਲਤ ਨੇ ਕਰਨੀ ਸ਼ੁਰੂ ਕਰ ਦਿੱਤੀ। ਹੁਣ ਮੈਂ ਪਹਿਲਾਂ ਵੀ ਸਟਾਰਟਿੰਗ ਵਿੱਚ ਆਖ ਰਿਹਾ ਸੀ ਕਿ ਇੰਜ ਲੱਗ ਰਿਹਾ ਸੀ ਜਿਵੇਂ ਕਾਨੂੰਨ ਦੀਆਂ ਅੱਖਾਂ ਤੇ ਪੱਟੀ ਬੰਨੀ ਹੋਈ ਸੀ ਅਤੇ ਕੈਮਰੇ ਦੀ ਅੱਖ ਉਸ ਵਕਤ ਬੋਲ ਰਹੀ ਸੀ। ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸ਼ਾਇਦ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਰ ਘਟਣ, ਪਰ ਇਹਦੇ ਉੱਤੇ ਬਹੁਤ ਚੰਗੇ ਤਰੀਕੇ ਦੇ ਨਾਲ ਜਿੰਨੇ ਵੀ ਵਕੀਲਾਂ ਨੇ ਵੀਡੀਓ ਕਾਨਫਰੰਸ ਦੇ ਰਾਹੀਂ ਸ਼ਾਮਲ ਹੋਣਾ ਹੁੰਦਾ, ਦੱਸਣਾ ਚਾਹੀਦਾ ਹੈ ਕਿ ਜੇਕਰ ਇੰਜ ਕੀਤੀ ਇਸ ਨੂੰ ਅਦਾਲਤ ਦੀ ਤੌਹੀਨ ਸਮਝਿਆ ਜਾਏਗਾ ਅਤੇ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹੁਣ ਅਗਲੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਦੋਸਤੋ, ਯੂਪੀ ਦੇ ਵਿੱਚੋਂ ਇੱਕ ਬਹੁਤ ਮੰਦਭਾਗੀ ਖਬਰ ਮਿਲ ਰਹੀ ਹੈ। ਯੂਪੀ ਦੇ ਗੋਂਡਾ ਜ਼ਿਲ੍ਹੇ ਦੇ ਨਗਰ ਕੋਤਵਾਲੀ ਦੇ ਮਹਾਰਾਜਗੰਜ ਮੁਹੱਲੇ ਦੇ ਵਿੱਚ ਇੱਕ
ਤੀਰਥ ਸਥਾਨ ਆਖ ਸਕਦੇ ਹਾਂ, ਇੱਕ ਪੂਜਣ ਵਾਲਾ ਸਥਾਨ ਆਖ ਸਕਦੇ ਹਾਂ। ਉਸ ਸਥਾਨ ਦੇ ਬਿਲਕੁਲ ਨੇੜੇ ਇੱਕ ਖੂਹ ਹੈ। ਹੁਣ ਬਹੁਤ ਸਾਰੇ ਲੋਕ ਉਸ ਖੂਹ ਦੀ ਤੇ ਉਸ ਸਥਾਨ ਦੀ ਪੂਜਾ ਕਰਦੇ ਆ, ਪਰ ਉੱਥੋਂ ਦੇ ਲੋਕਾਂ ਨੇ ਦੱਸਿਆ ਕਿ ਕਈ ਲੋਕ ਇਸ ਤਰ੍ਹਾਂ ਦੇ ਵੀ ਹੈ। ਆਮ ਤੌਰ 'ਤੇ ਅਸੀਂ ਉਸ ਨੂੰ ਖਵਾਜਾ ਕਹਿੰਦੇ ਹਾਂ, ਖਵਾਜਾ ਪੀਰ। ਪਰ ਉਸ ਖਵਾਜਾ ਪੀਰ ਦੀ ਕੁਝ ਲੋਕ ਤਾਂ ਪੂਜਾ ਕਰਦੇ ਆ, ਮੰਨਤਾ ਕਰਦੇ ਆ, ਮਾਨਤਾ ਕਰਦੇ ਆ, ਤੇ ਕਈ ਲੋਕ ਕਹਿੰਦੇ ਗਾਹੇ ਵਗਾਹੇ ਉਹ 'ਚ ਕੂੜਾ ਵੀ ਸੁੱਟ ਜਾਂਦੇ ਆ। ਪਰ ਕੱਲ ਉਸ ਦੇ ਵਿੱਚ ਇੱਕ ਵੱਛਾ ਜੜ ਗਿਆ। ਹੁਣ ਆਲੇ ਦੁਆਲੇ ਦੇ ਨੌਜਵਾਨਾਂ ਨੇ ਕਿਹਾ ਕਿ ਬੱਚੇ ਨੂੰ ਕੱਢਿਆ ਜਾਵੇ। ਵਿਸ਼ਨੂੰ ਨਾਂ ਦਾ ਨੌਜਵਾਨ ਜਿਹੜਾ ਸਿਰਫ 28 ਵਰ੍ਹਿਆਂ ਦੀ ਉਮਰ ਦਾ ਸੀ, ਖੂਹ ਦੇ ਵਿੱਚ ਵੜਿਆ। ਆਪਣੇ ਬਾਕੀ ਸਾਥੀਆਂ ਦੀ ਮਦਦ ਨਾਲ ਉਸਨੇ ਰੱਸਾ ਪਾਇਆ ਤੇ ਉਸ ਵੱਛੇ ਨੂੰ ਬਾਹਰ ਕੱਢਣ ਦੇ ਵਿੱਚ ਕਾਮਯਾਬ ਹੋ ਗਏ। ਪਰ ਹੁਣ ਵੱਛਾ ਤੇ ਕੱਢ ਲਿਆ ਗਿਆ। ਵਿਸ਼ਨੂੰ ਦੇ ਆਖਰਕਾਰ ਹੱਥ ਪੈਰ ਝੂਠੇ ਪੈਣ ਲੱਗੇ। ਆਖਰਕਾਰ ਉਹ ਖੂਹ ਦੇ ਵਿੱਚ ਡੁੱਬਣ ਲੱਗਿਆ। ਉਹਦੇ ਤੋਂ ਬਾਅਦ ਇੱਕ ਵਿਅਕਤੀ ਹੋਰ, ਉਹਦਾ ਸਕਾ ਭਰਾ ਖੜਾ ਸੀ, ਉਹਨੂੰ ਬਚਾਉਣ ਵਾਸਤੇ ਕਿ ਦੇਖਾਂ ਉਹ ਬਾਹਰ ਕਿਉਂ ਨਹੀਂ ਨਿਕਲਦਾ, ਸਾਡੀ ਆਵਾਜ਼ ਕਿਉਂ ਨਹੀਂ ਸੁਣ ਰਿਹਾ। ਵਿਸ਼ਨੂੰ ਦਾ ਭਰਾ ਵੀ ਉਸ ਖੂਹ ਦੇ ਵਿੱਚ ਉਤਰਦਾ ਤੇ ਲਗਭਗ ਜੋ ਵਿਸ਼ਨੂੰ ਨਾਲ ਹੋ ਰਿਹਾ ਸੀ ਉਸੇ ਤਰ੍ਹਾਂ ਉਸ ਨੌਜਵਾਨ ਨਾਲ ਹੋਣ ਲੱਗਿਆ। ਵਿਸ਼ਨੂੰ ਦੇ ਤੋਂ ਚਾਚੇ ਦੇ ਮੁੰਡੇ ਵੀ ਉੱਥੇ ਹੀ ਖੜੇ ਸੀ। ਇੱਕ ਇੱਕ ਕਰਕੇ ਉਹ ਉਤਰਦੇ ਗਏ ਤੇ ਇੱਕ ਇਸੇ ਮੁਹੱਲੇ, ਮਹਾਰਾਜਗੰਜ ਮੁਹੱਲੇ ਦਾ ਇੱਕ ਹੋਰ ਨੌਜਵਾਨ ਖੜਾ ਸੀ। ਉਮਰ ਇਹਨਾਂ ਦੀ 18 ਵਰ੍ਹਿਆਂ ਤੋਂ ਲੈ ਕੇ 36 ਵਰ੍ਹਿਆਂ ਦੇ ਦਰਮਿਆਨ ਸੀ, ਪੰਜਾਂ ਦੀ। ਦੋ 35 ਦੇ, ਇੱਕ 36 ਦਾ, ਇੱਕ 18 ਦਾ, ਇੰਝ ਇਹਨਾਂ ਦੀ ਉਮਰ ਸੀ। ਸਾਰੇ ਦੇ ਸਾਰੇ ਖੂਹ ਦੇ ਵਿੱਚ ਗਏ ਤਾਂ ਜ਼ਰੂਰ, ਪਰ ਵਾਪਸ ਨਹੀਂ ਨਿਕਲ ਸਕੇ। ਹੁਣ ਆਲੇ ਦੁਆਲੇ ਲੋਕਾਂ ਦਾ ਇਕੱਠ ਹੋ ਗਿਆ ਕਿ ਹੋਇਆ ਕੀ। ਚੰਗੇ ਭਲੇ ਜਾਂਦੇ ਆ, ਪਹਿਲੇ ਨੌਜਵਾਨ ਨੂੰ ਬਚਾਉਣ ਜਾਂਦੇ ਆ, ਬਾਹਰ ਕੋਈ ਵੀ ਨਹੀਂ ਨਿਕਲਦਾ। ਫਿਰ ਉਹਨਾਂ ਨੇ ਨਗਰ ਪਾਲਿਕਾ ਨੂੰ, ਪੁਲਿਸ ਨੂੰ ਤੇ ਨਾਲ ਹੋਰ ਜਿਹੜਾ ਅਮਲਾ ਫੈਲਾ ਸੀ ਉਹਨਾਂ ਨੂੰ ਫੋਨ ਕੀਤਾ। ਜਦੋਂ ਉਹਨੇ ਆ ਕੇ ਵੇਖਿਆ ਤੇ ਇਸ ਖੂਹ ਦੇ ਵਿੱਚ ਗੈਸ ਬਣੀ ਹੋਈ ਸੀ। ਗੈਸ ਦੇ ਕਾਰਨ 5 ਹੀ ਨੌਜਵਾਨਾਂ ਦੀ ਮੌਤ ਹੋਈ। ਬਾਅਦ ਦੇ ਵਿੱਚ ਖੂਹ ਦੇ ਵਿੱਚੋਂ ਕੱਢ ਲਿਆ ਗਿਆ ਪੋਸਟਮਾਰਟਮ ਕਰਕੇ। ਇੱਕੋ ਹੀ ਘਰ ਦੇ ਵਿੱਚ 4 ਲਾਸ਼ਾਂ ਆਈਆਂ ਤੇ ਪਰਿਵਾਰ ਦਾ ਜਿਹੜਾ ਬੁਰਾ ਹਾਲ ਹੈ ਵੇਖਿਆ ਨਹੀਂ ਜਾ ਰਿਹਾ। 4 ਹੀ ਨੌਜਵਾਨਾਂ ਦੀਆਂ ਅਰਥੀਆਂ ਇਕੱਠੀਆਂ ਚੁੱਕੀਆਂ ਗਈਆਂ। ਸੋ ਪੂਰੇ ਮੁਹੱਲੇ ਦੇ ਵਿੱਚ ਅੰਤਾਂ ਦਾ ਸੋਗ ਹੈ। ਇਹਨਾਂ ਪਰਿਵਾਰਾਂ ਦੇ ਨਾਲ, ਉਸ ਮੁਹੱਲੇ ਦੇ ਵਸਨੀਕਾਂ ਦੇ ਨਾਲ ਸਾਡੀ ਦਿਲੋਂ ਡੂੰਘੀ ਹਮਦਰਦੀ ਹੈ। ਪਰ ਇਹ ਗਊ ਦੇ ਜਾਏ ਵੱਛੇ ਨੂੰ ਤਾਂ ਬਚਾ ਗਏ, ਪਰ 5 ਹੀ ਆਪਣੀਆਂ ਜਾਨਾਂ ਕੁਰਬਾਨ ਕਰ ਗਏ। ਦੋਸਤੋ, ਇਹ ਸਨ ਅੱਜ ਕੁਝ ਖਬਰਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਜੇ ਸੱਚਮੁੱਚ ਤੁਹਾਨੂੰ ਚੰਗੀਆਂ ਲੱਗੀਆਂ ਨੇ, ਵੀਡੀਓ ਲਾਈਕ ਤੇ ਸ਼ੇਅਰ ਕਰਨ ਵਾਲੀ ਕਸਰ ਕੋਈ ਨਾ ਰਹਿ ਜਾਏ। ਤੁਹਾਡੇ ਵੱਲੋਂ ਭਰਪੂਰ ਹੁੰਗਾਰੇ ਅਤੇ ਹੁਲਾਰੇ ਦੀ ਮੈਨੂੰ ਉਮੀਦ ਹੈ, ਆਸ ਹੈ, ਯਕੀਨ ਵੀ ਹੈ। ਤੇ ਇਹਦੇ ਨਾਲ ਜੇਕਰ ਤੁਸੀਂ ਹਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ। ਇਹ ਵੀ ਤੁਹਾਨੂੰ ਇੱਕ ਹੱਥ ਬੰਨ੍ਹ ਕੇ ਬੇਨਤੀ ਹੈ। ਇਸ ਦੇ ਨਾਲ ਹੀ ਦਵਿੰਦਰ ਸਿੰਘ ਬੈਨੀਪਾਲ ਹੁਣ ਤੁਹਾਡੇ ਤੋਂ ਆਗਿਆ ਚਾਹੁੰਦਾ ਹੈ, ਪਰ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਸਤਿ ਸ਼੍ਰੀ ਅਕਾਲ, ਤੇਰਾ ਬਰਾਖਾ।